ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਤੁਸੀਂ ਵੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ। ਦੇਸ਼ ਦੇ 80ਵੇਂ ਸੁਤੰਤਰਤਾ ਦਿਵਸ ਮੌਕੇ ਇਤਿਹਾਸਿਕ ਲਾਲ ਕਿਲੇ ਦੀ ਫਜ਼ੀਲ ਵਿਖੇ ਆਯੋਜਿਤ ਸਮਾਰੋਹ ਦੌਰਾਨ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ। ਲਾਲ ਕਿਲੇ ਤੇ ਪਹਿਲੀ ਵਾਰ ਵੰਦੇ ਮਾਤਰਮ ਦਾ ਗਾਇਨ ਕੀਤਾ ਗਿਆ, ਜਿਸ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ 13ਵੀਂ ਵਾਰ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ ਤੇ ਫੌਜ ਵੱਲੋਂ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਕੌਮ ਦੇ ਨਾਮ ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਨੂੰ ਹੁਣ ਦੂਜੇ ਮੁਲਕਾਂ ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ, ਸਗੋਂ ਪੂਰੀ ਤਰ੍ਹਾਂ ਆਤਮ ਨਿਰਭਰ ਬਣਨਾ ਹੋਵੇਗਾ। ਉਹਨਾਂ ਕਿਹਾ ਕਿ ਪਿਛਲੇ 12 ਸਾਲਾਂ ਅੰਦਰ ਦੇਸ਼ ਦੇ ਵਿਕਾਸ ਨੇ ਬੇਮਿਸਾਲ ਰਫ਼ਤਾਰ ਫੜੀ। ਇਸ ਵਾਰ ਦੇ ਸੁਤੰਤਰ ਦਿਵਸ ਸਮਾਰੋਹ ਦੇ ਵਿੱਚ ਮੁੱਖ ਧਿਆਨ ਨੌਜਵਾਨ ਸ਼ਕਤੀ ਤੇ ਕੇਂਦਰਿਤ ਰਿਹਾ ਹੈ। आज मैं श्रद्धापूर्वक नमन करता हूं। आज जो इस समारोह में उपस्थित है, उन सब के लिए आज एक ऐतिहासिक पल भी है। आजादी के बाद 15 अगस्त को लाल किले पर पहली बार वंदे मातरम गूंज रहा है। आज जब हम देश के लोग वंदे मातरम के 150 वर्ष मना रहे हैं, तो इससे बड़ा उत्तम अवसर क्या हो सकता है। मेरे प्यारे देशवासियों, पिछले दिनों देश के कुछ हिस्सों में बाढ़ का प्रकोप रहा, भूस्खलन का प्रकोप रहा, अनेक परिवार प्रभावित हुए। उनके दुख दर्द को हम भली भांति अनुभव करते हैं। पीड़ित परिवारों को मैं विश्वास दिलाता हूं कि हम और पूरा देश उनके साथ खड़े हैं। मेरे प्यारे देशवासियों, कोई भी राष्ट्र तब महान बनता है, तब अपनी सिद्धियों को प्राप्त करता है, जब अपने सपनों, अपने संकल्पों और अपने सामर्थ्य के दम पर आगे बढ़ता है। मेरे देशवासियों, अब छोटे सपनों से चलने वाला नहीं है। हमें बड़े सपने, क्योंकि बड़े सपने हमारी सोच को भी विस्तार देते हैं, हमारी सोच की क्षितिज को विस्तृत करते हैं। हमारे संकल्प दृढ़ होने चाहिए। जब संकल्प दृढ़ होता है तो कठिनाइयों से, आपदाओं के बीच से रास्ते निकालने का सामर्थ्य अपने आप उभर करके आता है। और मेरे प्यारे देशवासियों, हमारे संकल्प भी ऊंचे होने चाहिए, क्योंकि जब सपने ऊंचे होते हैं, संकल्प ऊंचे होते हैं, तो हमारे सामर्थ्य की ऊंचाई भी बढ़ती है, हमारे प्रयासों की ऊंचाई भी बढ़ती है, और तब जाकर के हम सपनों को साकार कर सकते हैं। मेरे प्यारे देशवासियों, आज भारत ने भी एक बहुत बड़ा सपना देखा है, दृढ़ संकल्प के साथ देखा है। नई ऊंचाइयों को छूने के लिए देखा है, और वो सपना है जब आजादी के 100 साल होंगे, 2047 में
हम विकसित भारत बना के रहेंगे। ਸਮਾਗਮ ਦੌਰਾਨ 2500 ਐਨਸੀਸੀ ਕੈਡਟਾਂ ਮਾਈ ਭਾਰਤ ਵਲੰਟੀਅਰਾਂ ਨੇ ਗਿਆਨ ਪਥ ਤੇ ਖਾਸ ਤੌਰ ਤੇ ਵੰਦੇ ਮਾਤਰਮ ਦੀ ਆਕਰਸ਼ਕ ਮਾਨਵ ਆਕ੍ਰਿਤੀ ਬਣਾਈ। ਸਮਾਗਮ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 15 ਤੋਂ 20 ਹਜ਼ਾਰ ਜਵਾਨ ਤਾਇਨਾਤ ਕੀਤੇ ਗਏ। ਪੂਰੇ ਇਲਾਕੇ 'ਚ 1000 ਤੋਂ ਵੱਧ ਸੀਸੀਟੀਵੀ ਕੈਮਰੇ ਰਾਹੀਂ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਤੋਂ ਪਹੁੰਚੇ ਲਗਭਗ 5000 ਵਿਸ਼ੇਸ਼ ਮਹਿਮਾਨ ਇਸ ਇਤਿਹਾਸਿਕ ਪਲ ਦੇ ਗਵਾਹ ਬਣੇ। ਫਿਰੋਜ਼ਪੁਰ 'ਚ ਆਯੋਜਿਤ ਰਾਜ ਪੱਧਰੀ ਆਜ਼ਾਦੀ ਦਿਵਸ ਸਮਾਰੋਹ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਸੈਨੀਵਾਲਾ ਸਥਿਤ ਰਾਸ਼ਟਰੀ ਸ਼ਹੀਦੀ ਸਮਾਰਕ ਪਹੁੰਚੇ ਤੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਵਾਲੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਉਹਨਾਂ ਨੂੰ ਨਮਨ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸੈਨੀਵਾਲਾ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧੀ ਤੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਬਲੀਦਾਨ ਦੇਣ ਵਾਲੇ ਵੀਰਾਂ ਦੇ ਯੋਗਦਾਨ ਨੂੰ ਯਾਦ ਕੀਤਾ। ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਹੁਸੈਨੀਵਾਲਾ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਪੁਲਿਸ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਮੌਜੂਦ ਸਨ। ਹੁਸੈਨੀਵਾਲਾ 'ਚ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਮੁੱਖ ਮੰਤਰੀ ਮਾਨ ਫਿਰੋਜ਼ਪੁਰ ਛਾਉਣੀ ਸਥਿਤ ਸਟੇਡੀਅਮ 'ਚ ਆਯੋਜਿਤ ਰਾਜ ਪੱਧਰੀ ਆਜ਼ਾਦੀ ਦਿਵਸ ਸਮਾਰੋਹ 'ਚ ਸ਼ਾਮਿਲ ਹੋਣ ਲਈ ਰਵਾਨਾ ਹੋਏ। ਇੱਥੇ ਮੁੱਖ ਮੰਤਰੀ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਜਾਏਗਾ। ਰਾਜ ਪੱਧਰੀ ਸਮਾਰੋਹ ਨੂੰ ਲੈ ਕੇ ਵੀ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ। ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਆਜ਼ਾਦੀ ਦਿਹਾੜੇ ਨੂੰ ਲੈ ਕੇ ਹਰਜੋਤ ਬੈਂਸ ਨੇ ਪਰੇਡ ਤੋਂ ਵੀ ਸਲਾਮੀ ਲਈ। ਇਸ ਮੌਕੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤੇ ਵਚਨਬੱਧਤਾ ਨੂੰ ਵੀ ਸਾਂਝਾ ਕੀਤਾ। आज देश के 80वीं आजादी दिहाड़े मौके मैं आप सब ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਨਹਿਰਾਂ ਅਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ, ਸ਼ਹੀਦ ਰਾਜਗੁਰੂ ਜੀ ਤੇ ਸ਼ਹੀਦ ਸੁਖਦੇਵ ਜੀ, ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ, ਸ਼ਹੀਦ ਉਦਮ ਸਿੰਘ ਜੀ, ਸ਼ਹੀਦ ਮਦਨ ਲਾਲ ਢੀਂਗਰਾ ਜੀ, ਸ਼ਹੀਦ ਲਾਲਾ ਲਾਜਪਤ ਰਾਏ ਜੀ, ਸ਼ਹੀਦ ਦੀਵਾਨ ਸਿੰਘ ਕਾਲੇ ਪਾਣੀ ਜੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਸਾਨੂੰ ਮਾਣ ਹੈ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਸਾਡੀ ਸਰਕਾਰ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪਣੇ ਅਹੁਦੇ ਦੀ ਸਹੁੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖੱਟਰ ਕਲਾਂ ਵਿਖੇ ਸਹੁੰ ਚੁੱਕੀ। ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਅਹਿਮ ਫੈਸਲਾ ਲੈਂਦਿਆਂ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਜੀ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀਆਂ ਤਸਵੀਰਾਂ ਲਗਾਈਆਂ। ਸਾਡੀ ਸਰਕਾਰ ਫੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰ ਅਤੇ ਸਾਬਕਾ ਫੌਜੀਆਂ ਦੀ ਭਲਾਈ ਲਈ ਦ੍ਰਿੜ ਸੰਕਲਪ ਰੱਖਦੀ ਹੈ। ਪੰਜਾਬ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ। ਇਸ ਵਿੱਤੀ ਸਹਾਇਤਾ ਸਕੀਮ ਅਧੀਨ ਅਗਨੀਵੀਰਾਂ ਨੂੰ ਵੀ ਸ਼ਾਮਿਲ ਕੀਤਾ ਹੈ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਅਗਲੀ ਪੀੜ੍ਹੀਆਂ ਨੂੰ ਇਸ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਵਚਨਬੱਧ ਹੈ। ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮ ਉਲੀਕੇ ਗਏ ਹਨ, ਜਿਸ ਵਾਸਤੇ ਬਜਟ 100 ਕਰੋੜ ਰੁਪਏ ਰੱਖੇ ਗਏ ਹਨ। ਸ਼੍ਰੀ ਗੁਰੂ ਰਵਿਦਾਸ ਜੀ ਦੇ ਮਹਾਨ ਜੀਵਨ, ਫਲਸਫੇ ਅਤੇ ਪਵਿੱਤਰ ਬਾਣੀ ਦੇ ਅਧਿਐਨ ਲਈ ਡੇਰਾ ਸੱਚਖੰਡ ਬੱਲਾ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਵੀ ਵਿਕਸਿਤ ਕੀਤਾ ਜਾ ਰਿਹਾ ਹੈ, ਜੋ 10 ਏਕੜ ਤੋਂ ਵੱਧ ਰਕਬੇ ਵਿੱਚ ਬਣਾਇਆ ਜਾ ਰਿਹਾ ਹੈ। ਇਸ ਦੀ ਕੁੱਲ ਲਾਗਤ 37 ਕਰੋੜ ਰੁਪਏ ਆਵੇਗੀ। ਸਾਲ ਭਰ ਚੱਲਣ ਵਾਲੇ ਸਮਾਗਮਾਂ ਦੇ ਤਹਿਤ ਪੰਜਾਬ ਵਿੱਚ 650 ਏਕੜ ਜ਼ਮੀਨ ਤੇ ਗੁਰੂ ਰਵਿਦਾਸ ਜੀ ਦੀਆਂ ਬਗੀਚੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 6,50,000 ਬੂਟੇ ਲਗਾਉਣਾ ਅਤੇ 6,50,000 ਯਾਦਗਾਰੀ ਝੰਡੇ ਵੰਡਣ ਸੰਬੰਧੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਵਾਰਾਣਸੀ, ਫਰੀਦਕੋਟ, ਬਠਿੰਡਾ ਅਤੇ ਜੰਮੂ ਤੋਂ ਸ਼੍ਰੀ ਖੁਰਾਗੜ ਸਾਹਿਬ ਤੱਕ 4 ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ। ਇਨ੍ਹਾਂ ਸਮਾਗਮਾਂ ਤਹਿਤ ਪੰਜਾਬ ਮੋਬਾਈਲ ਲਾਈਨਾਂ ਦੇ ਸਾਰੇ ਜ਼ਿਲ੍ਹਿਆਂ ਦੇ 13,000 ਪਿੰਡਾਂ ਵਿੱਚ ਗੁਰੂ ਜੀ ਦੇ ਜੀਵਨ, ਫਲਸਫੇ ਅਤੇ ਸਿੱਖਿਆਵਾਂ ਤੇ ਡਾਕੂਮੈਂਟਰੀ ਦਿਖਾਈਆਂ ਜਾ ਰਹੀਆਂ ਹਨ। ਸਾਡੀ ਸਰਕਾਰ ਨੇ ਪਿਛਲੇ ਵੜੇ 9ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਉਣ ਦਾ ਵੀ ਸਬਕ ਪ੍ਰਾਪਤ ਹੋਇਆ। ਇਨ੍ਹਾਂ ਯਾਦਗਾਰੀ ਸਮਾਗਮਾਂ ਦੌਰਾਨ ਗੁਰੂ ਸਾਹਿਬ ਵੱਲੋਂ ਧਾਰਮਿਕ ਆਜ਼ਾਦੀ ਅਤੇ ਮਨੁੱਖਤਾ ਦੇ ਮਾਣ ਸਤਿਕਾਰ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਦਿੱਤੀ ਗਈ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਵਰਲਡ ਕਲਾਸ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਸੂਬੇ ਦੇ 12 ਸ਼ਹਿਰਾਂ ਵਿੱਚ ਪ੍ਰਸਿੱਧ ਨਾਟਕ
हमारे राम ਦੇ 41 ਸ਼ੋਅ ਕਰਵਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ ਭਗਵਾਨ ਸ਼੍ਰੀ ਰਾਮ ਜੀ ਦੇ ਸਦੀਵੀ ਉਪਦੇਸ਼ਾਂ ਅਤੇ ਦਰਸ਼ਨਾਂ ਨੂੰ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਸਾਡੀ ਸਰਕਾਰ ਵੱਲੋਂ ਇੱਕ ਸ਼ਾਮ ਭਗਵਾਨ ਸ਼ਿਵ के नाम ਦੇ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਸਰਕਾਰ ਦੀ ਉਹ ਹੋਰ ਅਹਿਮ ਪਹਿਲ, ਜਿਸ ਤਹਿਤ ਹੁਣ ਤੱਕ 4 ਲੱਖ ਤੋਂ ਵੱਧ ਸ਼ਰਧਾਲੂ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਚੁੱਕੇ ਹਨ। ਇਸ ਯੋਜਨਾ ਦਾ ਹੁਣ ਵਿਸਥਾਰ ਕੀਤਾ ਗਿਆ ਹੈ, ਜਿਸ ਤਹਿਤ ਸ਼ਰਧਾਲੂ श्री खाटू श्याम सालासर बालाजी, हरिद्वार, ऋषिकेश ਅਤੇ ਮਥੁਰਾ ਵਰਿੰਦਾਵਨ ਧਾਮ ਸਮੇਤ ਹੋਰ ਪਵਿੱਤਰ ਸਥਾਨਾਂ ਦੀ ਯਾਤਰਾ ਕਰ ਰਹੇ ਹਨ। ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਹਾਲ ਦੇ ਵਿੱਚ ਗਵਰਨਰ ਹਾਊਸ ਤੱਕ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਨ ਦੀ ਕਾਲ ਦਿੱਤੀ ਗਈ ਹੈ। ਮੋਰਚੇ ਦੇ ਆਗੂਆਂ ਵੱਲੋਂ ਵੱਡੀ ਗਿਣਤੀ 'ਚ ਸਮਰਥਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਕੌਮੀ ਇਨਸਾਫ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਕੌਮੀ ਇਨਸਾਫ ਮੋਰਚੇ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਗੁਰਦੀਪ ਸਿੰਘ ਖੇੜਾ ਸਮੇਤ ਕਈ ਸਿੰਘ ਲੰਮਾ ਸਮਾਂ ਜੇਲ੍ਹਾਂ 'ਚ ਬਿਤਾ ਚੁੱਕੇ ਨੇ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਪਿਛਲੀ ਵਾਰ ਹੋਏ ਪ੍ਰਦਰਸ਼ਨ ਤੋਂ ਸਬਕ ਲੈਂਦੇ ਪ੍ਰਸ਼ਾਸਨ ਨੇ ਇਸ ਵਾਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਨੇ। ਇਸ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਬਚਨ ਸਿੰਘ ਵੱਲੋਂ ਮੋਰਚੇ ਬਾਰੇ ਵਧੇਰੇ ਜਾਣਕਾਰੀ ਦਿੱਤੀ ਗਈ। ਪ੍ਰਸ਼ਾਸਨ ਵੱਲੋਂ ਫੈਸਲਾ ਕੀਤਾ ਗਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਕਿਸੇ ਵੀ ਕੀਮਤ ਤੇ ਸ਼ਹਿਰ ਦੀ ਹੱਦ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਏਗਾ। ਪ੍ਰਦਰਸ਼ਨ ਦੇ ਮੱਦੇਨਜ਼ਰ ਸ਼ਹਿਰ ਦੇ ਬਾਹਰੀ ਇਲਾਕਿਆਂ ਤੇ ਮੁੱਖ ਮਾਰਗਾਂ ਤੇ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਪ੍ਰਬੰਧਾਂ ਦੀ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਅੱਜ ਕੌਮੀ ਇਨਸਾਫ ਮੋਰਚੇ ਦੇ ਪ੍ਰਦਰਸ਼ਨ ਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ਕਾਰਨ ਸ਼ਹਿਰ ਵਿੱਚ ਤਣਾਅਪੂਰਨ ਮਾਹੌਲ ਬਣਨ ਦੇ ਵੀ ਪੂਰੇ ਆਸਾਰ ਨੇ। ਠਿਆਂ ਦੀ ਚਿੱਠੀ ਦੇਤੀ, ਹਾਂ ਕਰਦੀ, 1-2 ਦਿਨ ਦੀ ਪੈਰੋਲ ਦੀ ਆਫਰ ਕਰਤੀ। ਸਭ ਸਰਕਾਰਾਂ ਡਰਾਮੇਬਾਜ਼ੀ ਕਰ ਰਹੀਆਂ, ਸਾਡੇ ਨਾਲ ਵਾਅਦੇ ਕਰਕੇ ਲਗਾਤਾਰ 4 ਦਿਨ ਤੋਂ ਮੁੱਕਰ ਰਹੀਆਂ। ਅਸੀਂ ਆਪਣਾ ਮਿਨੀਮਮ ਪ੍ਰੋਗਰਾਮ ਵੀ ਦਿੱਤਾ ਵੀ ਇਸ ਤੇ ਸਾਡੀ ਸਹਿਮਤੀ ਬਣ ਸਕਦੀ ਹੈ, ਉਹਨੂੰ ਵੀ ਪੂਰਾ ਕਰਨ ਨੂੰ ਸਰਕਾਰਾਂ ਤਿਆਰ ਨਹੀਂ। ਸੋ ਇਸ ਕਰਕੇ ਜਿਹੜਾ ਸਾਰਾ ਕੁਝ ਸਰਕਾਰਾਂ ਵੱਲੋਂ ਹੋ ਰਿਹਾ, ਇੱਕ ਡਰਾਮੇਬਾਜ਼ੀ ਹੋ ਰਹੀ ਹੈ। ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਜੇਕਰ ਇਸੇ ਤਰ੍ਹਾਂ ਦਾ ਸਰਕਾਰਾਂ ਦਾ ਵਤੀਰਾ ਰਿਹਾ ਤਾਂ ਸਾਨੂੰ ਉਹ ਗੁਲਾਮੀ ਦਾ ਅਹਿਸਾਸ ਕਰਾਉਣਗੇ ਕਿ ਅਸੀਂ ਇਹਨਾਂ ਦੇ ਭਿਖਾਰੀ ਬਣ ਕੇ ਰਹਿ ਜਾਈਏ, ਜਦੋਂ ਕਿ ਸਿੱਖਾਂ ਦਾ ਉਹ ਇਸ ਆਜ਼ਾਦੀ 'ਚ ਬਹੁਤ ਵੱਡਾ ਯੋਗਦਾਨ ਹੈ। ਇਸ ਕਰਕੇ ਜਿਹੜਾ ਇਹ ਮਾਹੌਲ ਨੂੰ ਖਰਾਬ ਕਰਨ ਦੀ ਵੀ ਜ਼ਿੰਮੇਵਾਰੀ ਸਰਕਾਰਾਂ ਦੀ। ਬਾਪੂ ਜੀ ਆਖਰੀ ਸਵਾਲ ਹੈ, ਜਿਹੜੀ ਪੈਰੋਲ ਦਾ ਜ਼ਿਕਰ ਹੋ ਰਿਹਾ ਸੀਗਾ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਵੀ 1 ਦਿਨ ਦਾ ਜਿਹੜਾ ਗੱਲ ਕੀਤੀ ਗਈ ਸੀਗੀ, ਉਹਨਾਂ ਕਿਹਾ ਕਿ 1 ਦਿਨ ਦੀ ਜਾਂ 2 ਦਿਨ ਦੀ ਪੈਰੋਲ ਨਹੀਂ, ਮੈਨੂੰ ਕਿ ਰੈਗੂਲਰ ਜਿਹੜੀ ਹੈ 10 ਦਿਨ ਦੀ ਪੈਰੋਲ ਚਾਹੀਦੀ ਹੈ। ਉਹਨੂੰ ਲੈ ਕੇ ਕੀ ਕੁਝ ਤੁਹਾਡੇ ਤੱਕ ਜਾਣਕਾਰੀ ਜਿਹੜੀ ਆਈ ਹੈ? ਪੰਜਾਬ ਦੇ ਮੁੱਖ ਮੰਤਰੀ ਨੇ ਵੀ 10 ਦਿਨ ਦੀ ਪੈਰੋਲ ਦੀ ਸਿਫਾਰਿਸ਼ ਕਰੀ ਹੈ। ਲਾ ਐਂਡ ਆਰਡਰ ਦੀ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ। ਕੋਈ ਇਸ ਤਰ੍ਹਾਂ ਦੀ ਪੰਜਾਬ 'ਚ ਘਟਨਾ ਨਹੀਂ ਵਾਪਰਨੀ ਜਿਸ ਤੋਂ ਉਸ ਨੂੰ ਨੁਕਸਾਨ ਪਹੁੰਚੇ। ਸੋ ਇਸ ਤਰ੍ਹਾਂ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਵੀ ਸਰਕਾਰਾਂ ਕਿਉਂ ਨਹੀਂ ਦੇ ਰਹੀਆਂ? 1 ਦਿਨ ਦੀ ਵੀ ਡਰਾਮੇਬਾਜ਼ੀ ਕਰੀ। ਪਹਿਲਾਂ 1 ਦਿਨ ਦੀ, ਜਦੋਂ ਅਸੀਂ 1 ਦਿਨ ਦੀ ਪੈਰੋਲ ਮੰਨ ਗਏ, ਸਵੀਕਾਰ ਕਰ ਲਈ, ਅਸੀਂ ਇਹ ਕਿਹਾ ਸੀ ਵੀ 1 ਦਿਨ ਦੀ ਪੈਰੋਲ ਦੇ ਕੇ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਨੂੰ ਮਿਲਾ ਕੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕੀਤਾ ਜਾਵੇ। ਇਹ ਸ਼ਰਤ ਤੇ ਅਸੀਂ ਉਹ ਮੰਨ ਗਏ ਸੀ, ਪਰੰਤੂ ਸਰਕਾਰ ਉਸ ਤੋਂ ਵੀ ਮੁੱਕਰ ਗਈ। ਪਰਮਜੀਤ ਸਿੰਘ ਭਿਓਰਾ ਉਹਦੀ ਪੈਰੋਲ ਦੀ ਗੱਲ ਕਰੀ ਹੈ ਵੀ ਉਹਨੂੰ ਪੈਰੋਲ ਦੇ ਕੇ ਹੀ ਇਸ ਪ੍ਰੋਗਰਾਮ ਨੂੰ ਅਸੀਂ। ਸਭ ਤੋਂ ਪਹਿਲਾਂ ਤਾਂ ਕੀ ਕੁਝ ਜਿਹੜਾ ਹੈਗਾ ਕਹਿਣਾ ਚਾਹੋਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਚੜ੍ਹਦੀ ਕਲਾ ਮੀਡੀਆ ਦਾ। ਜਿੱਥੋਂ ਤੱਕ ਸਵਾਲ ਹੈ ਸ਼ਾਂਤੀਪੂਰਵਕ, ਅਸੀਂ ਬਿਲਕੁਲ ਸ਼ਾਂਤੀਪੂਰਵਕ ਜੋ ਸਾਡਾ ਰੋਸ ਮਾਰਚ ਆ ਉਹ ਰਾਜ ਭਵਨ ਤੱਕ ਜਾਣਾ ਹੈ। ਸਰਕਾਰ ਵੱਲੋਂ ਵੀ ISI ਆ ਗਈ, ਪੈਟਰੋਲ ਬੰਬ ਆ ਗਏ, ਇਹ ਹਰੇਕ ਮੋਰਚੇ 'ਚ ਅਫਵਾਹਾਂ ਫੈਲਾਈਆਂ ਜਾਂਦੀਆਂ, ਡਰ ਪੈਦਾ ਕੀਤਾ ਜਾ ਰਿਹਾ। ਸਾਰੇ ਸੀਨੀਅਰ ਅਫਸਰਾਂ ਵੱਲੋਂ ਕਿਹਾ ਜਾ ਰਿਹਾ ਜੀ ISI ਪੈਟਰੋਲ ਬੰਬ ਦੇ ਉੱਤੇ ਚੱਲਣਗੇ। ਇਹ ਕੋਈ ਇਹੀ ਗੱਲ ਨਹੀਂ, ਇਹ ਸਰਕਾਰ ਦੀਆਂ ਅਫਵਾਹਾਂ ਹੈ। ਦੂਜੀ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਭਾਰਤ ਸਰਕਾਰ ਨੂੰ ਵੀ ਕਿ ਅੱਜ ਜਿਸ ਆਜ਼ਾਦੀ ਲਈ ਸਿੱਖਾਂ ਨੇ 90% ਕੁਰਬਾਨੀਆਂ ਕੀਤੀਆਂ, ਅੱਜ ਇਹ ਬਹੁਤ ਵੱਡੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ 'ਚ ਇੱਥੇ ਲੋਕ ਆ ਰਹੇ ਆ ਕਾਲੇ ਝੰਡੇ ਲੈ ਕੇ, ਤੇ ਉਹਦੇ ਰੋਸ ਦੇ ਕੁਝ ਕਾਰਨ ਆ। ਭਾਰਤ ਸਰਕਾਰ ਨੂੰ ਉਹ ਰੋਸ ਦੇ ਕਾਰਨ ਸਿੱਖਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ। ਕੋਈ ਅਸੀਂ ਮੁਲਕ ਦੀ ਤਕਸੀਮ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਇਸੇ ਖੇਤਰ ਦੇ ਵਿੱਚ ਸਾਨੂੰ ਇਨਸਾਫ ਮਿਲੇ। ਇਨਸਾਫ ਦੀ ਜਿਹੜੀ ਸ਼ੁਰੂਆਤ ਆ ਉਹ ਬੰਦੀ ਸਿੱਖਾਂ ਦੀਆਂ ਰਿਹਾਈਆਂ ਤੋਂ ਬਿਨਾਂ ਸ਼ਰਤ ਸ਼ੁਰੂ ਕੀਤੀ ਜਾਵੇ। ਇਹਦੇ ਨਾਲ ਇੱਕ ਮਾਹੌਲ ਆ ਜਿਹੜਾ ਤਣਾਅਪੂਰਵਕ ਉਹ ਸਾਜ਼ਗਾਰ ਹੋਏਗਾ। ਜਿਵੇਂ ਇਸ ਤਰ੍ਹਾਂ ਤਸ਼ੱਦਦ ਦੀ ਨੀਤੀ 1984 'ਚ ਬਣਾਈ, ਉਸ ਤੋਂ ਬਾਅਦ ਉਹ ਗੱਲਾਂ ਜਿਹੜੀਆਂ ਲਈ ਸੰਤ ਜਰਨੈਲ ਸਿੰਘ ਨੂੰ
ਸ਼ਹੀਦ ਕੀਤਾ ਸੰਤ ਜਰਨੈਲ ਸਿੰਘ ਰੋਜ਼ਾਨਾ ਤਕੜੇ ਹੋ ਰਹੇ। ਜੋ ਉਦੋਂ ਖਾਲਿਸਤਾਨ ਦੀ ਕੋਈ ਲਹਿਰ ਨਹੀਂ ਸੀ, ਉਦੋਂ ਥੋੜੇ ਬੰਦਿਆਂ ਸੀ, ਉਹ ਵੀ ਲਗਾਤਾਰ ਵੱਧ ਰਹੀ ਹੈ। ਇਹ ਸਰਕਾਰ ਦੇ ਜਿਹੜੇ ਜ਼ੁਲਮ ਆ ਉਹਨਾਂ ਕਾਰਨ ਤੇ ਵਿਤਕਰਿਆਂ ਕਾਰਨ ਵੱਧ ਰਹੀ ਹੈ। ਅਸੀਂ ਫਿਰ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਸਰਕਾਰ ਨੂੰ ਜੋ ਸਾਡੀਆਂ ਕੌਮ ਦੀਆਂ ਭਾਵਨਾਵਾਂ ਉਹਨਾਂ ਨੂੰ ਧਿਆਨ 'ਚ ਰੱਖੇ ਤੇ ਸਮੁੱਚੇ ਮਸਲਿਆਂ ਨੂੰ ਪੰਜਾਬ ਦੇ ਨੂੰ ਹੱਲ ਕਰੇ, ਤਾਂ ਜੋ ਪੰਜਾਬ ਵੀ ਦੇਸ਼ ਭਰ ਦੇ ਵਿੱਚ ਤੇ ਸਿੱਖ ਭਾਈਚਾਰਾ ਸੰਸਾਰ ਭਰ ਦੇ ਵਿੱਚ ਆਪਣਾ ਯੋਗਦਾਨ ਇਸ ਦੇਸ਼ ਦੀ ਤਰੱਕੀ ਲਈ ਪਾ ਸਕੇ। ਪਰ ਹੁਣ ਤੱਕ ਸਿਰਫ ਸਰਕਾਰ ਨੇ ਬਹੁਤ ਮੀਟਿੰਗਾਂ ਕੀਤੀਆਂ, ਦਿੱਲੀ ਸਰਕਾਰ ਦੇ ਗਵਰਨਮੈਂਟ ਆਫ ਇੰਡੀਆ ਦੇ ਨੁਮਾਇੰਦਿਆਂ ਨੇ ਵੀ, ਯੂਟੀ ਦੇ ਨੁਮਾਇੰਦਿਆਂ ਨੇ ਵੀ, ਸੀਨੀਅਰਾਂ ਨੇ ਤੇ ਪੰਜਾਬ ਸਰਕਾਰ ਦੇ ਨੇ, ਕੋਈ ਇੱਕ ਵੀ ਕਦਮ ਉਹ ਪੱਟਣ ਨੂੰ ਤਿਆਰ ਨਹੀਂ। ਭਗਵੰਤ ਸਿੰਘ ਮਾਨ ਵੀ ਕੇਵਲ ਡਰਾਮੇ ਕਰਦਾ। ਉਹ ਜੇ ਚਾਹੁੰਦਾ ਹੋਵੇ ਤਾਂ ਪਿਓਰੇ ਨੂੰ ਇੱਕ ਘੰਟੇ 'ਚ ਰਿਲੀਜ਼ ਕਰ ਸਕਦਾ ਪੈਰੋਲ ਤੇ। ਅਸੀਂ ਕਹੇ ਪੈਰੋਲ ਲੈ ਆਓ, ਤੁਸੀਂ ਇੱਕ ਘੰਟੇ ਦਾ ਕੰਮ ਆ, ਹੁਣ ਲੈ ਆਉਣ, ਅਸੀਂ ਇੱਥੇ ਹੀ ਮਾਰਚ ਪੋਸਟਪੋਨ ਕਰ ਦਿੰਦੇ। ਪਰ ਸਰਕਾਰ ਡਰਾਮੇ ਕਰਦੀ ਹੈ, ਸਿੱਖਾਂ ਨੂੰ ਕੁੱਟਣਾ ਚਾਹੁੰਦੀ ਹੈ। ਸਿੱਖ ਨਾ ਕੁੱਟਿਆਂ ਤੋਂ ਮੁਗਲਾਂ ਤੋਂ ਖਤਮ ਹੋਏ, ਨਾ ਅੰਗਰੇਜ਼ਾਂ ਤੋਂ ਹੋਏ, ਇਹਨਾਂ ਤੋਂ ਵੀ ਹੋਣੇ ਨਹੀਂ। ਮੈਂ ਸਮਝਦਾ ਕਿ ਹੁਕਮਰਾਨਾਂ ਦੀ ਜਾਂ ਭਗਵੰਤ ਮਾਨ ਦੀ ਵੀ ਇੱਕ ਮਾੜੀ ਕਿਸਮਤ ਹੈ, ਕਿਉਂਕਿ ਇਹ ਅਕਿਰਤ ਖਾਨਾ ਸਿੱਖਾਂ ਨੇ ਦੇਸ਼ ਨੂੰ ਜਿਸ ਤਖਤ ਤੇ ਬੈਠੇ ਉਹ ਆਜ਼ਾਦੀ ਦਵਾਈ। ਭਗਵੰਤ ਮਾਨ ਨੇ ਵੀ ਜਿਹੜੀਆਂ ਗੱਲਾਂ ਕੀਤੀਆਂ ਉਹਨੂੰ ਵੋਟਾਂ ਪਾਈਆਂ, ਮੈਂ ਰਿਹਾ ਕਰ ਦੂੰ, ਆਹ ਕਰ ਦੂੰ। ਸਾਨੂੰ ਸਿਰਫ ਸਾਡਾ ਕੋਈ ਨਾਲ ਨਹੀਂ, ਪੰਥ ਨਾਲ, ਸਾਨੂੰ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਸਰਾ, ਗੁਰੂ ਸਾਹਿਬ ਦਾ ਆਸਰਾ ਤੇ ਗੁਰੂ ਸਾਹਿਬ ਦੀ ਤਾਕਤ ਅੱਗੇ ਕਿਸੇ ਦੁਨਿਆਵੀ ਤਾਕਤ ਟਿਕ ਨਹੀਂ ਸਕੇਗੀ ਜੀ। ਧੰਨਵਾਦ। ਜਿਹੜੀ ਚਿੱਠੀ ਭਗਵੰਤ ਮਾਨ ਵੱਲੋਂ ਰਾਜਪਾਲ ਨੂੰ ਲਿਖੀ ਗਈ, ਉਸ ਤੋਂ ਬਾਅਦ ਜਿਹੜੀ ਇੱਕ ਦਿਨ ਦੀ ਪੈਰੋਲ ਦਾ ਜਿਹੜਾ ਜ਼ਿਕਰ ਆ ਰਿਹਾ ਸੀਗਾ, ਉਹ ਕਿੱਥੋਂ ਲੱਗਿਆ? ਕੋਈ ਕਿਹਾ ਗਿਆ ਸੀਗਾ ਇੱਕ ਦਿਨ ਦੀ ਪੈਰੋਲ ਲਈ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ, ਕਿਉਂਕਿ ਉਹਨਾਂ ਨੇ 1-2 ਦਿਨ ਦੀ ਪੈਰੋਲ ਤੋਂ ਮਨਾ ਕਰ ਦਿੱਤਾ। ਬਿਲਕੁਲ ਉਹਨਾਂ ਨੂੰ ਕਿਹਾ ਗਿਆ ਸੀ, ਬਹੁਤ ਜ਼ੋਰ ਪਾਇਆ ਗਿਆ ਸੀ। ਘੱਟ ਤੋਂ ਘੱਟ 30 ਅਫਸਰ ਸੀ ਜਿਹੜੇ ਆਦੇ ਸੀ ਤੁਸੀਂ ਮੰਨ ਜਾਓ ਬਾਹਰ ਚਲੇ ਜਾਓ। ਉਹਨੇ ਕਿਹਾ ਵੀ ਇੱਕ ਦਿਨ ਦੀ ਜਿਹੜੀ ਕਸਟਡੀ ਪੈਰੋਲ ਆ, ਮੇਰੀ ਜੇ ਮਾਤਾ ਚੜ੍ਹਾਈ ਵੀ ਕਰ ਜੂ ਮੈਂ ਤਾਂ ਵੀ ਨਹੀਂ ਜਾਣਾ। ਇਸ ਕਰਕੇ ਜਿਹੜਾ ਇੱਕ ਸਾਰੇ ਦੇਸ਼ ਦੇ 140 ਕਰੋੜ ਲੋਕਾਂ ਦੇ ਵਿੱਚੋਂ ਜਿਹੜੇ ਲੋਕ ਜੇਲ੍ਹਾਂ 'ਚ ਆ, ਜਿਨ੍ਹਾਂ ਦੇ ਵਿੱਚ ਕੋਈ ਮੁਕੱਦਮੇ ਚੱਲੇ ਆ, ਜੇ ਉਹਨਾਂ ਸਾਰਿਆਂ ਨੂੰ ਪੈਰੋਲ ਦਾ ਅਧਿਕਾਰ ਆ ਤਾਂ ਭਾਈ ਜਗਤਾਰ ਸਿੰਘ ਤਾਰਾ, ਭਾਈ ਪਿਓਰਾ, ਭਾਈ ਤਾਰਾ ਨੂੰ, ਵਾਰਾ ਸਾਹਿਬ ਨੂੰ, ਇਸੇ ਤਰ੍ਹਾਂ ਬਲਵੰਤ ਸਿੰਘ ਰਾਜੋਆ ਨੂੰ ਇਹ ਅਧਿਕਾਰ ਕਿਉਂ ਨਹੀਂ? ਅਸੀਂ ਸਮਝਦੇ ਹਾਂ ਕਿ ਸਮੁੱਚੇ ਸਿੱਖ, ਭਾਵੇਂ ਭਾਈ ਅਮਰਤਪਾਲ ਸਿੰਘ ਆ, ਭਾਵੇਂ ਕੋਈ ਆ, ਸਭ ਦੀਆਂ ਰਿਹਾਈਆਂ ਹੋਣ। ਸਰਕਾਰ ਪੋਲੀਟੀਕਲ ਲੜਾਈ ਲੜੇ, ਨਾ ਕਿ ਜੇਲ੍ਹਾਂ 'ਚ ਰੱਖ ਕੇ ਲੜੇ। ਧੰਨਵਾਦ ਨੂੰ ਡੀਜੀਪੀ ਨੂੰ ਬਈ ਬੇਨਤੀ ਹੈ ਸਾਡੀ, ਇਹ ਖੋਲ ਦਿਓ, ਸਾਡੀ ਸੰਗਤ ਨੂੰ ਸੌਖਾ ਹੋਏ। ਅਸੀਂ ਕੋਈ ਭਗਦੜ ਨਹੀਂ ਕਰਨਾ। ਸਾਡੇ ਭਾਈ ਸਾਹਿਬ ਨੇ ਸਾਨੂੰ ਪੀਸਫੁਲ ਰਹਿਣ ਲਈ ਆਖਿਆ, ਅਸੀਂ ਪੀਸਫੁਲ ਹੀ ਰਵਾਂਗੇ। ਹੱਦੋਂ ਵੱਧ ਜੇ ਸਾਨੂੰ ਤੁਸੀਂ ਛੇੜੋਗੇ ਫਿਰ ਅਸੀਂ ਭਿੰਡ ਬਣ ਲੜਾਂਗੇ। ਇਹੀ ਬੇਨਤੀ ਹੈ ਸਾਡੀ, ਹੱਥ ਜੋੜ ਕੇ। ਸਾਡਾ ਸਬਰ ਨਾ ਪਰਖੋ ਜ਼ਿਆਦਾ, ਹੋਰ ਨਹੀਂ ਅਸੀਂ ਟਿਕ ਸਕਦੇ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਗੈਰ ਕਾਨੂੰਨੀ ਢੰਗ ਯਾਨੀ ਡੋਂਕੀ ਰੂਟ ਰਾਹੀਂ ਵਿਦੇਸ਼ ਜਾਣ ਦੇ ਖਤਰਨਾਕ ਨਤੀਜਿਆਂ ਦਾ ਇੱਕ ਹੋਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ। ਮੈਕਸੀਕੋ 'ਚ ਫਸੇ ਇੱਕ ਪੰਜਾਬੀ ਸਿੱਖ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਰੋਂਦੇ ਹੋਏ ਆਪਣਾ ਵੀਡੀਓ ਸਾਂਝਾ ਕੀਤਾ, ਜਿਸ 'ਚ ਆਪਣੇ ਹਾਲਾਤ ਬਿਆਨ ਕਰਦਿਆਂ ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਨਾ ਜਾਣ ਦੀ ਦਰਦ ਭਰੀ ਅਪੀਲ ਕਰਦਾ ਦਿਖਾਈ ਦੇ ਰਿਹਾ ਹੈ। ਵੀਡੀਓ 'ਚ ਨੌਜਵਾਨ ਇੱਕ ਕਮਰੇ ਅੰਦਰ ਬਿਸਤਰੇ ਤੇ ਪਿਆ ਦਿਖਾਈ ਦੇ ਰਿਹਾ ਤੇ ਹੱਥ ਜੋੜ ਕੇ ਆਪਣੇ ਨਾਲ ਹੋਈ ਤਸ਼ੱਦਦ ਤੇ ਕੁੱਟਮਾਰ ਦੀ ਜਾਣਕਾਰੀ ਦੇ ਰਿਹਾ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਕੈਪਸ਼ਨ 'ਚ ਮੈਕਸੀਕੋ 'ਚ ਭਾਰਤੀ ਸਿੱਖ ਨਾਲ ਘਿਨਾਉਣਾ ਸਲੂਕ ਲਿਖਿਆ ਗਿਆ ਹੈ। ਬੇਹੱਦ ਵੀਡੀਓ ਡਰਿਆ ਤੇ ਸਹਿਮਿਆ ਹੋਇਆ ਨੌਜਵਾਨ ਦਿਸ ਰਿਹਾ ਤੇ ਉਹ ਡੋਂਕੀ ਲਗਾ ਕੇ ਮੈਕਸੀਕੋ ਪਹੁੰਚਿਆ ਸੀ। ਨੌਜਵਾਨ ਨੇ ਦੱਸਿਆ ਕਿ ਕੁੱਟਮਾਰ ਇੰਨੀ ਜ਼ਿਆਦਾ ਸੀ ਕਿ ਹੁਣ ਸਹੀ ਢੰਗ ਨਾਲ ਚੱਲਣ ਫਿਰਨ ਦੇ ਯੋਗ ਵੀ ਨਹੀਂ ਰਿਹਾ। ਉਸਨੇ ਹੱਥ ਜੋੜ ਕੇ ਲੋਕਾਂ ਨੂੰ ਅਪੀਲ ਕੀਤੀ ਕਿਸੇ ਵੀ ਟਰੈਵਲ ਏਜੰਟ ਦੇ ਝੂਠੇ ਝਾਂਸੇ 'ਚ ਨਾ ਆਉਣ ਤੇ ਨਾ ਹੀ ਗੈਰ ਕਾਨੂੰਨੀ ਡੋਂਕੀ ਰੂਟ ਰਾਹੀਂ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਨ। ਹਾਲਾਂਕਿ ਇਸ ਵੀਡੀਓ 'ਚ ਨੌਜਵਾਨ ਵੱਲੋਂ ਆਪਣਾ ਨਾਂ ਤੇ ਘਰ ਦਾ ਪਤਾ ਨਹੀਂ ਦੱਸਿਆ ਗਿਆ। ਉਧਰ ਅਮਰੀਕਾ 'ਚ ਵੱਡੀ ਗਿਣਤੀ 'ਚ ਲੋਕ ਸਥਾਈ ਤੌਰ ਤੇ ਰਹਿਣ ਲਈ ਗ੍ਰੀਨ ਕਾਰਡ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਇਸ ਲਈ ਉੱਥੇ ਕਈ ਤਰ੍ਹਾਂ ਦੇ ਯਤਨ ਵੀ ਹੁੰਦੇ ਨੇ। ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਜਿਸ 'ਚ ਗ੍ਰੀਨ ਕਾਰਡ ਦੇ ਨਾਂ ਤੇ ਅਰਬਾਂ ਰੁਪਈਆਂ ਦਾ ਖੇਡ ਕੀਤਾ ਗਿਆ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਡਿਪਾਰਟਮੈਂਟ ਆਫ ਜਸਟਿਸ ਨੇ ਲਗਭਗ 1 ਦਰਜਨ ਲੋਕਾਂ ਤੇ ਕਰੋੜਾਂ ਡਾਲਰ ਦੀ ਉਸ ਸਾਜ਼ਿਸ਼ ਸ਼ਾਮਿਲ ਹੋਣ ਦਾ ਆਰੋਪ ਲਗਾਇਆ, ਜਿਸ ਤਹਿਤ ਸੈਂਕੜਿਆਂ ਚੀਨੀ ਨਾਗਰਿਕਾਂ ਨੂੰ ਅਮਰੀਕੀ ਲੋਕਾਂ ਨਾਲ ਫਰਜ਼ੀ ਵਿਆਹ ਕਰਵਾ ਕੇ ਧੋਖਾਧੜੀ ਨਾਲ ਗ੍ਰੀਨ ਕਾਰਡ ਹਾਸਲ ਕਰਨ 'ਚ ਮਦਦ ਕੀਤੀ ਗਈ ਹੈ। ਅਦਾਲਤ 'ਚ ਜਮ੍ਹਾਂ ਕਰਾਏ ਗਏ ਦਸਤਾਵੇਜ਼ਾਂ ਮੁਤਾਬਿਕ ਨਿਊਯਾਰਕ ਤੋਂ ਚਲਾਈ ਜਾ ਰਹੀ ਸਾਜ਼ਿਸ਼ ਤਹਿਤ ਕਾਨੂੰਨੀ ਤੌਰ ਤੇ ਸਥਾਈ ਨਿਵਾਸੀ ਦਰਜਾ ਹਾਸਲ ਕਰਨ ਦੀ ਇੱਛਾ ਰੱਖਣ ਵਾਲੇ ਪ੍ਰਵਾਸੀਆਂ ਨਾਲ ਫਰਜ਼ੀ ਵਿਆਹ ਕਰਨ ਲਈ ਅਮਰੀਕੀ ਨਾਗਰਿਕਾਂ ਨੂੰ $30,000 ਤੱਕ ਵੀ ਦਿੱਤੇ ਜਾਂਦੇ ਨੇ। Who orchestrated the marriage fraud scheme pairing foreign nationals seeking immigration status with United States citizens willing to participate and engage in a sham marriage. These facilitators employed attorneys, tax preparers, and marriage officiants.
Some of the other charged defendants acted as recruiters by finding and recruiting United States citizens to participate in the scheme, and other defendants acted as officiants, officiating dozens of these alleged fake marriages. Now, the way that this scheme allegedly worked is the facilitators used social media and other forms of advertising to market fraudulent immigration services to foreign nationals, primarily from China, and Chinese nationals would pay these facilitators as much as $100,000 for assistance in obtaining a marriage, which then allowed them to apply for a green card. The facilitators also paid willing U.S. citizens as much as $30,000 to engage in the sham marriage with the foreign national. Now, often after these phony ceremonies, defendants would stage images of families at restaurants to create the appearance of a legitimate wedding, and some of the defendants also facilitated sham marriages overseas in China. After the marriages took place, the actual ceremony, the then married couples would visit a local office affiliated with the scheme, sign forms for submission to the U.S. Citizenship and Immigration Services, learn about the USCIS interview process to apply for a green card, and then execute prenuptial agreements, which, not surprisingly, given the allegation these were sham marriages, waived their rights to share in the other's estate upon death, child support, and other claims in marital property. One prenuptial agreement ਇਹ ਸਨ ਹੁਣ ਤੱਕ ਦੀਆਂ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ।